ਕਿਉਂਕਿ ਅੱਜ ਅਸੀਂ ਖੁਦਾ ਦੇ ਵਚਨ ਦੇ ਵਿੱਚੋਂ ਪੜਨ ਦੇ ਲਈ ਜਾ ਰਹੇ ਹਾਂ। ਦੂਸਰਾ ਇਤਿਹਾਸ ਉਹਦਾ 29 ਬਾਬ ਉਹਦੀ 1 ਐਤ ਤੋਂ। ਹਜ਼ਕਿਯਾ 5 ਵਰਿਆਂ ਦਾ ਸੀ ਜਦ ਉਹ ਰਾਜ ਕਰਨ ਲੱਗਾ, ਤੇ ਉਸ 29 ਵਰੇ ਯਰੂਸ਼ਲਮ ਵਿੱਚ ਰਾਜ ਕੀਤਾ। ਅਤੇ ਉਹਦੀ ਮਾਤਾ ਦਾ ਨਾਮ ਅਬੀਜਾ ਸੀ, ਜੋ ਜਕਰਜਾ ਦੀ ਧੀ ਸੀ। ਅਤੇ ਸਭ ਕੁਝ ਜੋ ਉਸਦੇ ਪਿਓ ਦਾਊਦ ਨੇ ਕੀਤਾ ਸੀ, ਉਸਨੇ ਵੀ ਉਸੇ ਤਰ੍ਹਾਂ ਉਹ ਕੰਮ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਸੀ। ਅਮੀਨ। ਆਮੀਨ। ਅੱਜ ਅਸੀਂ ਜਦੋਂ ਖੁਦਾ ਦੇ ਪਵਿੱਤਰ ਵਚਨ ਦੇ ਵਿੱਚੋਂ ਪੜ੍ਹਦੇ ਹਾਂ, ਤੇ ਲਿਖਿਆ ਹਜ਼ਕੀਯਾ ਨਬੀ ਜੋ ਹੋਇਆ, ਉਹ 25 ਵਰਿਆਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ। ਔਰ ਜਿਵੇਂ ਉਸਦਾ ਪਿਤਾ ਦਾਊਦ ਕੰਮ ਕਰਦਾ ਸੀ, ਠੀਕ ਉਸੇ ਤਰ੍ਹਾਂ ਹੀ ਜੋ ਪਰਮੇਸ਼ਵਰ ਦੀਆਂ ਨਿਗਾਹਾਂ ਦੇ ਵਿੱਚ ਚੰਗਾ ਸੀ, ਉਹ ਕੰਮ ਉਹ ਕਰਨ ਲੱਗਾ। ਉਸਨੇ ਆਪਣੇ ਰਾਜ ਦੇ ਪਹਿਲੇ ਵਰੇ ਪਹਿਲੇ ਮਹੀਨੇ ਯਹੋਵਾ ਦੇ ਭਵਨ ਦੇ ਦਰਵਾਜ਼ਿਆਂ ਨੂੰ ਖੋਲ੍ਹਿਆ ਅਤੇ ਉਹਨਾਂ ਦੀ ਮੁਰੰਮਤ ਕੀਤੀ। ਔਰ ਜਦ ਉਹ ਰਾਜ ਦੇ ਉੱਤੇ ਬੈਠਾ, ਤੇ ਉਸਨੇ ਦੇਖਿਆ ਕਿ ਸਾਡੇ ਭਵਨ ਦੇ ਦਰਵਾਜ਼ੇ ਬੰਦ ਪਏ ਨੇ। ਨਾ ਤੇ ਉੱਥੇ ਕੋਈ ਧੂਪ ਦਿਖਾਉਂਦਾ ਹੈ, ਨਾ ਹੀ ਉੱਥੇ ਕੋਈ ਸਾਫ਼ ਸਫਾਈ ਕਰਦਾ ਹੈ, ਤੇ ਨਾ ਹੀ ਕੋਈ ਉੱਥੇ ਜਾ ਕੇ ਪ੍ਰਾਰਥਨਾ ਕਰਦਾ ਹੈ। ਔਰ ਇਹ ਜੋ ਮੇਰਾ ਰਾਜ ਹੈ, ਇਹ ਅੱਜ ਬਰਕਤ ਦਾ ਕਾਰਨ ਤਾਂ ਹੀ ਬਣੇਗਾ ਜੇਕਰ ਅੱਜ ਅਸੀਂ ਯਹੋਵਾ ਦੇ ਉਹਨਾਂ ਦਰਵਾਜ਼ਿਆਂ ਦੀ, ਉਹ ਹੈਕਲ ਦੇ ਦਰਵਾਜ਼ਿਆਂ ਨੂੰ ਖੋਲਾਂਗੇ। ਕਿਉਂਕਿ ਉਹ ਦਰਵਾਜ਼ੇ ਜਦੋਂ ਪਿਤਾ ਦਾਊਦ ਉਸ ਜਗ੍ਹਾ ਦੇ ਉੱਤੇ ਰਾਜ ਕਰਦਾ ਸੀ, ਉਸ ਸਮੇਂ ਦੇ ਬੰਦ ਸਨ, ਤੇ ਉਹ ਦਰਵਾਜ਼ਿਆਂ ਨੂੰ ਜੰਗਾਲ ਲੱਗ ਚੁੱਕਾ ਸੀ। ਉਹ ਦਰਵਾਜ਼ੇ ਸੌਖੇ ਨਹੀਂ ਸੀ ਖੋਲਣੇ, ਕਿਉਂਕਿ ਅੱਜ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਜੋ ਦਰਵਾਜ਼ੇ ਬੰਦ ਨੇ ਨਾ, ਅੱਜ ਬਹੁਤ ਚਿਰਾਂ ਤੋਂ ਬੰਦ ਪਏ ਨੇ। ਅੱਜ ਪਰਮੇਸ਼ਵਰ ਦੇ ਲਈ ਉਹਨਾਂ ਦਰਵਾਜ਼ਿਆਂ ਨੂੰ ਅਸੀਂ ਵੀ ਖੋਲਣਾ ਹੈ। ਕਿਉਂਕਿ ਖੁਦਾ ਦੇ ਪੌਲੁਸ ਰਸੂਲ ਦੇ ਵਚਨ ਨੂੰ ਜਦੋਂ ਪੜ੍ਹਦੇ ਲਿਖਿਆ, ਵੇਖ ਮੈਂ ਤੇਰੇ ਬੂਹੇ ਦੇ ਉੱਤੇ ਖੜਾ ਖੜਕਾਉਂਦਾ ਹਾਂ, ਜੋ ਕੋਈ ਮੇਰੀ ਆਵਾਜ਼ ਨੂੰ ਸੁਣੇ ਬੂਹਾ ਖੋਲ ਦੇਵੇ, ਤੇ ਮੈਂ ਉਹਦੇ ਕੋਲ ਅੰਦਰ ਜਾਵਾਂਗਾ ਤੇ ਉਹਦੇ ਨਾਲ ਪ੍ਰਸ਼ਾਦ ਛਕਾਂਗਾ। ਖੁਦਾਵੰਦ ਖੁਦਾ ਯਹੋਵਾ ਪਰਮੇਸ਼ਵਰ ਬੜੇ ਸਮੇਂ ਤੋਂ ਸਾਡੇ ਦਿਲਾਂ ਦੇ ਦਰਵਾਜ਼ਿਆਂ ਨੂੰ ਖੜਕਾ ਰਿਹਾ ਹੈ। ਔਰ ਨਾ ਹੀ ਅਸੀਂ ਉਸ ਦਰਵਾਜ਼ਿਆਂ ਨੂੰ ਖੋਲਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਨਾ ਹੀ ਉਸ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਹਾਂ। ਪਰ ਹਜ਼ਕੀਆ ਨੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਿਆ ਕਿ ਜੋ ਅੱਜ ਰਾਜ ਦੇ ਵਿੱਚ ਹੈਕਲ ਦੇ ਦਰਵਾਜ਼ੇ ਬੰਦ ਪਏ ਨੇ, ਉਸਨੇ ਭਵਨ ਦੇ ਸਾਰੇ ਦਰਵਾਜ਼ਿਆਂ ਨੂੰ ਖੋਲ੍ਹਿਆ ਅਤੇ ਉਹਨਾਂ ਦੀ ਮੁਰੰਮਤ ਕਰਨੀ ਸ਼ੁਰੂ ਕਰ ਦਿੱਤੀ। ਉਹ ਜਾਜਕਾਂ ਤੇ ਲੇਵੀਆਂ ਨੂੰ ਲੈ ਕੇ ਆਇਆ ਅਤੇ ਪੂਰਬ ਦੇ ਵੱਲ ਮੈਦਾਨ ਵਿੱਚ ਇਕੱਠਿਆਂ ਕੀਤਾ, ਅਤੇ ਉਹਨਾਂ ਨੂੰ ਆਖਿਆ, ਹੇ ਲੇਵੀਓ, ਮੇਰੀ ਸੁਣੋ। ਹੁਣ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਵਰ ਯਹੋਵਾ ਦੇ ਇਸ ਭਵਨ ਨੂੰ ਵੀ ਪਵਿੱਤਰ ਕਰੋ। ਇਸ ਪਵਿੱਤਰ ਅਸਥਾਨ ਵਿੱਚ ਮੈਲ ਨੂੰ ਕੱਢ ਕੇ ਬਾਹਰ ਲੈ ਜਾਓ। ਜਦ ਉਹਨੇ ਆਪਣੇ ਲੇਵੀ ਜਾਜਕਾਂ ਨੂੰ ਇਕੱਠਿਆਂ ਕੀਤਾ, ਤੇ ਸਭ ਤੋਂ ਪਹਿਲੇ ਹਜ਼ਕੀਆ ਨੇ ਕਿਹਾ ਕਿ ਸਭ ਤੋਂ ਪਹਿਲੇ ਤੁਸੀਂ ਕੀ ਕਰੋ, ਅੱਜ ਆਪਣੇ ਆਪ ਨੂੰ ਪਵਿੱਤਰ ਕਰ ਲਵੋ। ਕਿਉਂਕਿ ਤੁਹਾਡੀ ਜ਼ਿੰਦਗੀ ਦੇ ਅੰਦਰ ਬੁਰਿਆਈ ਪਾਈ ਜਾਂਦੀ ਹੈ, ਤੁਹਾਡੀ ਜ਼ਿੰਦਗੀ ਦੇ ਅੰਦਰ ਪਾਪ ਪਾਇਆ ਜਾਂਦਾ ਹੈ, ਤੁਹਾਡੀ ਜ਼ਿੰਦਗੀ ਦੇ ਅੰਦਰ ਗੁਨਾਹ ਪਾਇਆ ਜਾਂਦਾ ਹੈ। ਅੱਜ ਪਰਮੇਸ਼ਵਰ ਦੇ ਭਵਨ ਦੇ ਵਿੱਚ ਜਾਣ ਤੋਂ ਪਹਿਲੇ ਤੁਸੀਂ ਅੱਜ ਆਪਣੇ ਆਪ ਨੂੰ ਕੀ ਕਰੋ, ਪਵਿੱਤਰ ਕਰ ਲਵੋ। ਔਰ ਪਰਮੇਸ਼ਵਰ ਦੇ ਘਰ ਦੇ ਵਿੱਚ ਜੋ ਵੀ ਮੈਲ ਤੁਹਾਨੂੰ ਲੱਭੇ, ਉਸ ਨੂੰ ਕੀ ਕਰੋ, ਬਾਹਰ ਕੱਢ ਕੇ ਲੈ ਕੇ ਆਓ। ਹਾਲੇਲੂਇਆ। ਅੱਜ ਪਰਮੇਸ਼ਵਰ ਦਾ ਘਰ ਕਿਹੜਾ ਹੈ? ਜਦੋਂ ਅੱਜ ਅਸੀਂ ਖੁਦਾ ਦੇ ਵਚਨ ਦੇ ਵਿੱਚੋਂ ਪੜ੍ਹਦੇ ਆ, ਤੇ ਲਿਖਿਆ ਪੌਲੁਸ ਰਸੂਲ ਦੀ ਕੁਰਿੰਥੀਆਂ ਦੀ ਕਲੀਸਿਆ ਦੇ ਵਿੱਚ, ਉਹਦਾ 3 ਅਧਿਆਏ ਉਹਦੀ 16 ਆਇਤ ਦੇ ਵਿੱਚ, ਅਥਵਾ ਤੂੰ ਨਹੀਂ ਜਾਣਦਾ ਤੂੰ ਪਰਮੇਸ਼ਵਰ ਦੀ ਹੈਕਲ ਹੈ, ਤੇ ਪਰਮੇਸ਼ਵਰ ਦਾ ਆਤਮਾ ਤੇਰੇ ਅੰਦਰ ਵਸਦਾ ਹੈ।
ਤੇ ਜੇਕਰ ਤੂੰ ਇਸ ਹੈਕਲ ਦਾ ਨਾਸ਼ ਕਰੇ ਤੇ ਪਰਮੇਸ਼ਵਰ ਇੱਕ ਦਿਨ ਤੇਰਾ ਨਾਸ਼ ਕਰੇਗਾ। ਅੱਜ ਅਸੀਂ ਇਸ ਹੈਕਲ ਦੇ ਅੰਦਰ ਮੈਲ ਕੁਚੈਲ ਬਦੀਆਂ ਪਾਪ ਗੁਨਾਹ ਹਰ ਨਸ਼ੇ ਵਾਲੀ ਆਦਤ ਜੋ ਸਾਡੀ ਜ਼ਿੰਦਗੀ ਦੇ ਅੰਦਰ ਹੈ ਉਹਨੂੰ ਪਾਈ ਜਾਂਦੇ ਹਾਂ। ਔਰ ਇਹ ਹੈਕਲ ਮੈਲ ਦੇ ਨਾਲ ਭਰ ਚੁੱਕੀ ਹੈ। ਅੱਜ ਪਰਮੇਸ਼ਵਰ ਦਾ ਵਚਨ ਇਹ ਗੱਲ ਆਖਦਾ ਹੈ ਕਿ ਤੁਸੀਂ ਆਪਣੇ ਅੰਦਰੋਂ ਕੀ ਕਰੋ, ਸਾਰੀ ਮੈਲ ਤੇ ਕੁਚੈਲ ਨੂੰ ਕੀ ਕਰੋ, ਬਾਹਰ ਕੱਢ ਦਵੋ, ਤਾਂ ਜੋ ਇਹ ਮੈਲ ਤੁਹਾਨੂੰ ਪਾਪ ਦੇ ਵੱਲ ਲੈ ਕੇ ਜਾਂਦੀ ਹੈ। ਇਹ ਮੈਲ ਤੁਹਾਨੂੰ ਗੁਨਾਹ ਦੇ ਵੱਲ ਲੈ ਕੇ ਜਾਂਦੀ ਹੈ। ਇਹ ਮੈਲ ਤੁਹਾਨੂੰ ਬਦੀਆਂ ਦੇ ਵੱਲ ਲੈ ਕੇ ਜਾਂਦੀ ਹੈ। ਅੱਜ ਇਸ ਮੈਲ ਨੂੰ, ਜਿਹੜੀ ਤੁਹਾਡੀ ਜ਼ਿੰਦਗੀ ਦੇ ਅੰਦਰ ਜੰਮ ਚੁੱਕੀ ਹੈ, ਇਸ ਨੂੰ ਕੀ ਕਰੋ, ਬਾਹਰ ਕੱਢ ਦਵੋ। ਕਿਉਂ ਜੋ ਸਾਡੇ ਪਿਓ ਦਾਦਿਆਂ ਨੇ ਬੇਈਮਾਨੀ ਕੀਤੀ ਅਤੇ ਜੋ ਯਹੋਵਾ ਪਰਮੇਸ਼ਵਰ ਦੀ ਨਿਗਾਹ ਵਿੱਚ ਬੁਰਾ ਹੈ, ਸੋ ਉਹਨਾਂ ਨੇ ਕੀਤਾ। ਹਜ਼ਕੀਯਾਹ ਨਬੀ ਆਖਦਾ ਕਿ ਸਾਡੇ ਪਿਓ ਦਾਦੇ ਜਿਹੜੇ ਮਰ ਚੁੱਕੇ ਨੇ, ਉਹਨਾਂ ਨੇ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਬੁਰੀਾਈ ਕੀਤੀ ਹੈ ਤੇ ਉਹ ਮਰ ਗਏ। ਤੇ ਅੱਜ ਅਸੀਂ ਜਿਉਂਦੇ ਹਾਂ ਤੇ ਅਸੀਂ ਕੀ ਕਰੀਏ, ਉਸ ਬੁਰਾਈ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਕੀ ਕਰੀਏ, ਬਾਹਰ ਕੱਢਣ ਦੀ ਕੋਸ਼ਿਸ਼ ਕਰੀਏ। ਸੋ ਹੀ ਕੀਤਾ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਵਿਸਾਰ ਦਿੱਤਾ ਅਤੇ ਪਰਮੇਸ਼ਵਰ ਦੇ ਡੇਰੇ ਵੱਲੋਂ ਆਪਣਾ ਮੁਖ ਮੋੜ ਲਿਆ ਅਤੇ ਉਹਦੀ ਵੱਲ ਆਪਣੀ ਪਿੱਠ ਕਰ ਦਿੱਤੀ। ਉਹਨਾਂ ਦੀ ਜ਼ਿੰਦਗੀ ਦੇ ਅੰਦਰ ਇੰਨੀ ਕੁ ਬੁਰਾਈ ਹੋ ਗਈ, ਪਾਪ ਹੋ ਗਿਆ, ਗੁਨਾਹ ਹੋ ਗਿਆ, ਉਹਨਾਂ ਨੇ ਪਰਮੇਸ਼ਵਰ ਦੇ ਵੱਲੋਂ ਆਪਣਾ ਮੁਖ ਫੇਰ ਲਿਆ, ਪਿੱਠ ਫੇਰ ਲਈ, ਤੇ ਉਹਨਾਂ ਨੇ ਆਪਣਾ ਮੁਖ ਕਦੀ ਵੀ ਪਰਮੇਸ਼ਵਰ ਨੂੰ ਨਹੀਂ ਵਿਖਾਇਆ। ਉਹਨਾਂ ਨੇ ਡਿਓੜੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਦੀਵੇ ਬੁਝਾ ਦਿੱਤੇ ਤੇ ਉਹਨਾਂ ਧੂਪ ਨਹੀਂ ਤੁਖਾਈ। ਉਹਨਾਂ ਨੇ ਇਜ਼ਰਾਈਲ ਦੇ ਪਰਮੇਸ਼ਵਰ ਦੇ ਪਵਿੱਤਰ ਅਸਥਾਨ ਦੇ ਵਿੱਚ ਹੋਮ ਬਲੀ ਨਹੀਂ ਚੜਾਈ। ਇਸ ਲਈ ਯਹੋਵਾ ਦਾ ਕਹਿਰ ਯਹੂਦਾ ਅਤੇ ਯਰੂਸ਼ਲਮ ਉੱਤੇ ਆ ਪਿਆ ਅਤੇ ਉਸ ਨੇ ਉਹਨਾਂ ਨੂੰ ਛੱਡ ਦਿੱਤਾ ਅਤੇ ਉਹਨਾਂ ਦੀ ਹੋਲ ਅਤੇ ਹੈਰਾਨੀ ਅਤੇ ਤਿਤਕਾਰ ਵਿੱਚ ਪਾ ਦਿੱਤਾ, ਜਿਵੇਂ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਦੇ ਹੋ। ਕਿਉਂਕਿ ਜਦੋਂ ਅਸੀਂ ਪਰਮੇਸ਼ਵਰ ਨੂੰ ਦੂਰ ਕਰ ਦਿੰਦੇ ਆਪਣੀ ਜ਼ਿੰਦਗੀ ਦੇ ਵਿੱਚੋਂ, ਉਹਦੇ ਹੁਕਮਨਾਮੇ ਨੂੰ ਨਹੀਂ ਮੰਨਦੇ, ਉਹਦੀਆਂ ਵਿਧੀਆਂ ਨੂੰ ਨਹੀਂ ਮੰਨਦੇ, ਉਹਦੇ ਕਾਨੂੰਨਾਂ ਨੂੰ ਨਹੀਂ ਮੰਨਦੇ, ਜੋ ਸਾਡੇ ਮਨ ਮਤਿਆਂ ਦੇ ਵਿੱਚ ਆਉਂਦਾ ਹੈ ਉਸ ਅਨੁਸਾਰ ਚੱਲਦੇ ਹਾਂ, ਤੇ ਪਰਮੇਸ਼ਵਰ ਇੱਕ ਦਿਨ ਸਾਨੂੰ ਕੀ ਕਰਦਾ ਹੈ, ਛੱਡ ਦਿੰਦਾ ਹੈ। ਜਦੋਂ ਪਰਮੇਸ਼ਵਰ ਛੱਡ ਦਿੰਦਾ ਹੈ ਤੇ ਫਿਰ ਸਾਡੀ ਜ਼ਿੰਦਗੀ ਦੇ ਅੰਦਰ ਹੈਰਾਨ ਕਰ ਦੇਣ ਵਾਲੀਆਂ ਗੱਲਾਂ, ਲੋਕ ਸਾਨੂੰ ਛੱਡ ਦਿੰਦੇ ਨੇ, ਉਹ ਸਾਨੂੰ ਤਿਤਕਾਰ ਦਿੰਦੇ ਨੇ ਅਤੇ ਅਸੀਂ ਆਪਣੀਆਂ ਅੱਖਾਂ ਦੇ ਨਾਲ ਇਹ ਸਭੋ ਕੁਝ ਵੇਖਦੇ ਹਾਂ। ਪਰ ਜਦੋਂ ਅਸੀਂ ਇਹ ਸਭੋ ਕੁਝ ਵੇਖਦੇ ਹਾਂ ਤੇ ਫਿਰ ਅਸੀਂ ਪਛਤਾਉਂਦੇ ਹਾਂ। ਫਿਰ ਅਸੀਂ ਆਖਦੇ ਹਾਂ, ਮੈਨੂੰ ਤਾਂ ਮੇਰੇ ਆਪਣੇ ਛੱਡ ਗਏ, ਮੈਨੂੰ ਮੇਰੇ ਯਾਰ ਬੇਲੀ ਛੱਡ ਗਏ, ਮੇਰੇ ਭੈਣ ਭਰਾ ਮੈਨੂੰ ਛੱਡ ਗਏ। ਕਿਉਂ ਛੱਡ ਗਏ? ਕਿਉਂਕਿ ਅਸੀਂ ਪਰਮੇਸ਼ਵਰ ਨੂੰ, ਜੋ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਚੰਗਾ ਉਹ ਕੰਮ ਕਰਦੇ ਨਹੀਂ, ਅਸੀਂ ਆਪਣੇ ਮਨ ਮਰਜ਼ੀ ਦੇ ਉੱਤੇ ਚੱਲਦੇ, ਅਸੀਂ ਆਪਣੇ ਬੁਰੇ ਵਿਸ਼ਿਆਂ ਦੇ ਵਿੱਚ, ਬੁਰੇ ਕੰਮਾਂ ਦੇ ਵਿੱਚ ਚੱਲਦੇ ਹਾਂ, ਤੇ ਜਿਹਦੇ ਕਰਕੇ ਪਰਮੇਸ਼ਵਰ ਸਾਡੇ ਤੋਂ ਨਾਰਾਜ਼ ਹੋ ਗਿਆ ਤੇ ਪਰਮੇਸ਼ਵਰ ਨੇ ਆਪਣੀ ਪਿੱਠ ਸਾਡੇ ਵੱਲ ਕਰ ਲਈ। ਕਿਉਂਕਿ ਖੁਦਾ ਦੇ ਵਚਨ ਦੇ ਵਿੱਚ ਲਿਖਿਆ ਹੈ, ਯਸ਼ਾਇਆ ਦੀ ਕਿਤਾਬ ਦੇ ਵਿੱਚ ਲਿਖਿਆ, ਹੁਣ ਜਿਹੜੀ ਪ੍ਰਾਰਥਨਾ ਇਸ ਜਗ੍ਹਾ ਦੇ ਉੱਤੇ ਕੀਤੀ ਜਾਵੇਗੀ, ਉਸ ਉੱਤੇ ਮੇਰੀਆਂ ਅੱਖੀਆਂ ਤੇ ਮੇਰੇ ਕੰਨ ਹਮੇਸ਼ਾ ਤੱਕ ਲੱਗੇ ਰਹਿਣਗੇ। ਪਰ ਸਾਡੀ ਪ੍ਰਾਰਥਨਾ ਕਿੱਥੇ ਹੈ? ਸਾਡਾ ਖੁਦਾ ਦੀ ਬਾਣੀ ਨੂੰ ਪੜ੍ਹਨਾ ਕਿੱਥੇ ਹੈ? ਸਾਡਾ ਉਹਦੇ ਹੁਕਮਨਾਮੇ ਤੇ ਚੱਲਣਾ ਕਿੱਥੇ ਹੈ? ਸਾਡੇ ਦਾਨ ਦਸ਼ਵੰਧ ਭੇਟਾਵਾਂ ਕਿੱਥੇ ਹੈ? ਸਾਡੀ ਪ੍ਰਾਰਥਨਾ ਕਿੱਥੇ ਹੈ? ਸਾਡਾ ਉਹਦਾ ਸਿਮਰਨ ਜੋ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਨੇਮ ਬੰਨਿਆ ਸੀ, ਉਹ ਕਿੱਥੇ ਹੈ? ਜਿਹੜਾ ਨੇਮ ਦਾ ਸੰਦੂਕ ਅਸੀਂ ਆਪਣੇ ਸਿਰ ਦੇ ਉੱਤੇ ਚੁੱਕਿਆ ਸੀ, ਉਹ ਕਿੱਥੇ ਹੈ? ਅੱਜ ਆਪਣਾ ਮੈਂ ਇਸ ਹੈਕਲ ਨੂੰ ਮੈਲ ਦੇ ਨਾਲ ਭਰ ਲਿਆ, ਕੁਚੈਲ ਦੇ ਨਾਲ ਭਰ ਲਿਆ, ਗੁਨਾਹ ਦੇ ਨਾਲ ਭਰ ਲਿਆ, ਤੇ ਪਰਮੇਸ਼ਵਰ ਨੇ ਵੇਖ ਕੇ ਕੀ ਕੀਤਾ, ਸਾਨੂੰ ਛੱਡ ਦਿੱਤਾ।
ਜਦੋਂ ਪਰਮੇਸ਼ਵਰ ਨੇ ਸਾਨੂੰ ਛੱਡ ਦਿੱਤਾ, ਤੇ ਖੁਦਾ ਦੇ ਵਚਨ ਦੇ ਵਿੱਚ ਲਿਖਿਆ ਹੈ, ਇਸੇ ਦੀ 15 ਤੇ 16 ਹੈ, ਉਹਨਾਂ ਨੇ ਆਪਣੇ ਭਰਾਵਾਂ ਨੂੰ ਇਕੱਠਾ ਕੀਤਾ ਕਰਕੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਪਾਤਸ਼ਾਹ ਦੇ ਹੁਕਮ ਨਾਲ, ਜਿਹੜਾ ਯਹੋਵਾ ਦੇ ਵਾਕ ਅਨੁਸਾਰ ਸੀ, ਯਹੋਵਾ ਦੇ ਭਵਨ ਨੂੰ ਸਾਫ਼ ਕਰਨ ਲਈ ਅੰਦਰ ਗਏ। ਜਦੋਂ ਇਹ ਸਭੇ ਖੁਦਾ ਦੀਆਂ ਗੱਲਾਂ ਉਹਨਾਂ ਨੇ ਸੁਣੀਆਂ, ਤੇ ਉਹਨਾਂ ਨੇ ਕੀ ਕੀਤਾ? ਸਭ ਤੋਂ ਪਹਿਲੇ ਆਪਣੇ ਆਪ ਨੂੰ ਕੀ ਕੀਤਾ? ਪਵਿੱਤਰ ਕੀਤਾ। ਉਹਨਾਂ ਨੇ ਪਛਤਾਪ ਕਰ ਲਿਆ। ਉਹਨਾਂ ਨੇ ਆਪਣੀ ਬਦੀ ਤੋਂ ਪਛਤਾਪ ਕਰ ਲਿਆ, ਗੁਨਾਹ ਤੋਂ ਪਛਤਾਪ ਕਰ ਲਿਆ ਕਿ ਇਹ ਖੁਦਾਵੰਦਾ, ਅੱਜ ਤੋਂ ਅਸੀਂ ਕੀ ਕਰਾਂਗੇ? ਪਾਪ ਨਹੀਂ ਕਰਾਂਗੇ। ਅੱਜ ਤੋਂ ਬਾਅਦ ਅਸੀਂ ਗੁਨਾਹ ਨਹੀਂ ਕਰਾਂਗੇ। ਅਸੀਂ ਸਦਾ ਹੀ ਤੇਰੇ ਵਚਨ ਦੇ ਅਨੁਸਾਰ ਚੱਲਾਂਗੇ। ਉਹਨਾਂ ਨੇ ਕੀ ਕੀਤਾ? ਆਪਣਾ ਕੀ ਕੀਤਾ? ਆਪਣੇ ਆਪ ਨੂੰ ਪਵਿੱਤਰ ਕੀਤਾ, ਔਰ ਪਰਮੇਸ਼ਵਰ ਦੇ ਹੁਕਮ ਦੇ ਨਾਲ, ਜਿਹੜਾ ਉਹਨਾਂ ਨੂੰ ਦਿੱਤਾ ਗਿਆ ਸੀ, ਉਸ ਹੁਕਮ ਦੇ ਨਾਲ ਉਹਨਾਂ ਨੇ ਕੀ ਕੀਤਾ? ਪਰਮੇਸ਼ਵਰ ਦੀ ਹੈਕਲ ਨੂੰ ਕੀ ਕੀਤਾ? ਸਾਫ਼ ਕੀਤਾ। ਜਦੋਂ ਉਹਨਾਂ ਨੇ ਪਰਮੇਸ਼ਵਰ ਦੀ ਹੈਕਲ ਨੂੰ ਸਾਫ਼ ਕੀਤਾ, ਆਪਣੀ ਹੋਮ ਦੀ ਬਲੀ ਚੜਾਈ, ਆਪਣੀ ਪੇਟਾ ਚੜਾਈ, ਤੇ ਖੁਦਾ ਨੇ ਕੀ ਕੀਤਾ? ਉਹਨਾਂ ਨੂੰ ਬਰਕਤ ਦਿੱਤੀ। ਸੋ ਮੇਰੇ ਅਜੀਜ਼ੋ, ਅੱਜ ਜਿੰਨੇ ਵੀ ਅੱਜ ਅਸੀਂ ਖੁਦਾ ਦੇ ਵਚਨ ਨੂੰ ਸੁਣ ਰਹੇ ਹਾਂ, ਅੱਜ ਆਪਣੀਆਂ ਜ਼ਿੰਦਗੀਆਂ ਦੇ ਵਿੱਚੋਂ ਸਾਰੀ ਮੈਲ ਤੇ ਕੁਚੈਲ ਨੂੰ ਬਾਹਰ ਕੱਢੀ, ਕਿਉਂਕਿ ਸਾਡੇ ਵੱਡਿਆਂ ਨੇ ਉਜਾੜ ਵਿੱਚ ਮਨ ਖਾਦਾ ਤੇ ਮਰ ਗਏ। ਪਰ ਅੱਜ ਅਸੀਂ ਜੋ ਮਨ ਖਾ ਰਹੇ ਹਾਂ, ਇਹ ਉਹ ਮਨ ਹੈ ਜਿਹੜਾ ਸਵਰਗ ਤੋਂ ਆਇਆ ਹੈ, ਤੇ ਖੁਦਾ ਨੇ ਸਾਨੂੰ ਦਿੱਤਾ ਹੈ ਕਿ ਇਹਨੂੰ ਖਾਓ ਤੇ ਆਪਣੀ ਜ਼ਿੰਦਗੀ ਦੇ ਅੰਦਰੋਂ ਸਾਰੀ ਮੈਲ ਤੇ ਕੁਚੈਲ ਨੂੰ ਕੀ ਕਰੋ? ਬਾਹਰ ਕੱਢੋ। ਕਿਉਂਕਿ ਅੱਜ ਇਨਸਾਨ ਗੰਦਾ ਕਿਉਂ ਬਣਿਆ ਹੋਇਆ? ਕਿਉਂਕਿ ਉਹ ਪਰਮੇਸ਼ਵਰ ਦੀ ਬਾਣੀ ਨੂੰ ਨਹੀਂ ਪੜ੍ਹਦਾ, ਉਹ ਬਾਣੀ ਨੂੰ ਨਹੀਂ ਸੁਣਦਾ, ਉਹ ਬਾਣੀ ਦੇ ਉੱਤੇ ਚੱਲਦਾ ਨਹੀਂ ਆ, ਉਹ ਆਪਣੀ ਮਨ ਮਰਜ਼ੀ ਦੇ ਉੱਤੇ ਚੱਲਦਾ। ਤੇ ਜਦੋਂ ਫਿਰ ਉਹ ਡਿੱਗਦਾ ਹੈ, ਫਿਰ ਪਛਤਾਉਂਦਾ, ਫਿਰ ਉਹ ਆਖਦਾ, ਪ੍ਰਭੂ ਮੈਂ ਤੇਰੇ ਗਾੜੀ ਵਰਤ ਰੱਖਦਾ ਹਾਂ, ਮੈਂ ਤੇਰੇ ਗਾੜੀ ਪ੍ਰਾਰਥਨਾ ਕਰਦਾ ਹਾਂ, ਤੇਰੇ ਗਾੜੀ ਅਰਜ਼ੋਈਆਂ ਚੁੱਕਦਾ ਹਾਂ, ਪਰ ਤੂੰ ਮੇਰੀ ਨਹੀਂ ਸੁਣਦਾ। ਕਿਉਂ ਨਹੀਂ ਸੁਣਦਾ? ਕਿਉਂਕਿ ਜਦੋਂ ਖੁਦਾਵੰਦ ਪੁਕਾਰਦਾ ਸੀ, ਪਰ ਅਸੀਂ ਨਹੀਂ ਸੁਣੀ। ਜਦੋਂ ਖੁਦਾਵੰਦ ਬੁਲਾਉਂਦਾ ਸੀ, ਅਸੀਂ ਉਹਦੇ ਕੋਲ ਨਹੀਂ ਗਏ। ਜਦੋਂ ਖੁਦਾਵੰਦ ਆਖਦਾ ਸੀ ਤੂੰ ਮੇਰੀ ਮਰਜ਼ੀ ਦੇ ਉੱਤੇ ਚੱਲ, ਤੂੰ, ਉਸ ਵੇਲੇ ਅਸੀਂ ਉਹਨੂੰ ਕੀ ਕੀਤਾ? ਪਿੱਠ ਵਿਖਾ ਦਿੱਤੀ, ਕਿ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਹੁਕਮ ਤੋਂ ਵਿਸਾਰ ਦਿੱਤਾ। ਸੋ ਮੇਰੇ ਅਜੀਜ਼ੋ, ਜੱਜ ਖੁਦਾਵੰਦ ਤੁਹਾਨੂੰ ਬੁਲਾ ਰਿਹਾ ਹੈ। ਅੱਜ ਖੁਦਾਵੰਦ ਆਪਣੀ ਹੈਕਲ ਦੇ ਵਿੱਚ ਬੁਲਾ ਰਿਹਾ ਹੈ, ਪਰ ਉਹ ਆਖਦਾ ਹੈ ਕਿ ਹੈਕਲ ਦੇ ਵਿੱਚ ਆਉਣ ਤੋਂ ਪਹਿਲੇ ਆਪਣੇ ਆਪ ਨੂੰ ਕੀ ਕਰੋ? ਪਵਿੱਤਰ ਕਰ ਲਵੋ, ਤਾਂ ਜੋ ਤੁਹਾਡੀ ਜ਼ਿੰਦਗੀ ਦੇ ਅੰਦਰ ਤੁਹਾਡਾ ਪਾਪ, ਤੁਹਾਡਾ ਗੁਨਾਹ ਮੇਰੀ ਹੈਕਲ ਦੇ ਅੰਦਰ ਨਾ ਆਵੇ। ਅੱਜ ਸੋ ਮੇਰੇ ਅਜੀਜ਼ੋ, ਜਿਨੇ ਵੀ ਅੱਜ ਖੁਦਾ ਨੂੰ ਆਪਣਾ ਜੀਵਨ ਦੇਣਾ ਚਾਹੁੰਦੇ ਨੇ, ਉਹ ਅੱਜ ਆਪਣੇ ਆਪ ਨੂੰ ਪਵਿੱਤਰ ਕਰ ਲੈਣ, ਔਰ ਆਪਣੇ ਸਾਰੀ ਬੁਰੀਆਂ ਆਦਤਾਂ ਤੋਂ, ਬੁਰੇ ਖਿਆਲਾਤਾਂ ਤੋਂ, ਬੁਰੇ ਵਿਸ਼ਿਆਂ ਤੋਂ ਪਰੇ ਹਟ ਜਾਣ, ਔਰ ਖੁਦਾ ਅੱਜ ਬਰਕਤ ਦੇਗਾ। ਅੱਜ ਖੁਦਾਵੰਦ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਕਾਰਜ ਕਰੇਗਾ। ਅੱਜ ਖੁਦਾਵੰਦ ਉਹਨਾਂ ਨੂੰ ਵੱਡੀ ਬਲੇਸਿੰਗ ਦੇਵੇਗਾ। ਅੱਜ ਖੁਦਾਵੰਦ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਵੱਡੇ ਵੱਡੇ ਅਜੀਬ ਔਰ ਚੰਗੇ ਕੰਮ ਕਰੇਗਾ, ਕਿਉਂਕਿ ਅੱਜ ਖੁਦਾਵੰਦ ਉਹਨਾਂ ਨੂੰ ਬਰਕਤ ਦੇਣ ਦੇ ਲਈ ਜਾ ਰਿਹਾ ਹੈ। ਕਿਉਂਕਿ ਜਦੋਂ ਅਸੀਂ ਖੁਦਾ ਦੇ ਵਚਨ ਦੇ ਵਿੱਚੋਂ ਪੜ੍ਹਦੇ ਹਾਂ, ਇਸੇ ਦੇ ਦੂਸਰਾ ਇਤਿਹਾਸ ਉਹਦਾ 30 ਬਾਬ ਉਹਦੀ 7 ਔਰ 8 ਹੈ, ਅਤੇ ਤੁਸੀਂ ਆਪਣੇ ਪਿਓ ਦਾਦਿਆਂ ਅਤੇ ਭਰਾਵਾਂ ਵਰਗੇ ਨਾ ਬਣੋ, ਜਿਨ੍ਹਾਂ ਨੇ ਯਹੋਵਾ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਵਰ ਨਾਲ ਬੇਈਮਾਨੀ ਕੀਤੀ, ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਭੈਜਲ ਦੇ ਵਿੱਚ ਪਾ ਦਿੱਤਾ, ਜਿਵੇਂ ਤੁਸੀਂ ਸਭੇ ਵੇਖਦੇ ਹੋ। ਅੱਜ ਪਰਮੇਸ਼ਵਰ ਦਾ ਵਚਨ ਆਖਦਾ, ਤੁਸੀਂ ਆਪਣੇ ਪਿਓ ਦਾਦਿਆਂ ਵਾਂਗਰ ਨਾ ਬਣੋ, ਜਿਨ੍ਹਾਂ ਨੇ ਬੇਈਮਾਨੀ ਕੀਤੀ ਤੇ ਆਪਣੇ ਪਰਮੇਸ਼ਵਰ ਨੂੰ ਤੁਛ ਜਾਣਿਆ, ਤੇ ਪਰਮੇਸ਼ਵਰ ਨੇ ਉਹਨਾਂ ਨੂੰ ਕੀ ਕੀਤਾ? ਭੈਜਲਾਂ ਦੇ ਵਿੱਚ, ਉਸ ਚੱਕਰਵਿਊਹ ਦੇ ਵਿੱਚ ਪਾ ਦਿੱਤਾ। ਕਿਉਂਕਿ ਜਦੋਂ ਅਸੀਂ ਖੁਦਾ ਦੇ ਵਚਨ ਦੇ ਵਿੱਚੋਂ ਪੜ੍ਹਦੇ ਹਾਂ, ਤੇ ਲਿਖਿਆ ਕਿ ਜਦੋਂ ਮੂਸਾ ਇਸਰਾਏਲ ਕੌਮ ਨੂੰ ਮਿਸਰ ਦੀ ਗੁਲਾਮੀ ਦੇ ਵਿੱਚੋਂ ਕੱਢ ਕੇ ਲਿਆਇਆ, ਤੇ ਉਹਨਾਂ ਨੇ ਆਪਣੇ ਪਾਪ ਨਾ ਛੱਡੇ ਤੇ ਆਪਣੀ ਬੁਰੀਆਈ ਨਾ ਛੱਡੀ, ਤੇ ਪਰਮੇਸ਼ਵਰ ਨੇ ਉਹ 40 ਦਿਨ ਦਾ ਸਫ਼ਰ
40 ਸਾਲਾਂ ਦੇ ਵਿੱਚ ਤਬਦੀਲ ਕਰ ਦਿੱਤਾ ਤੇ ਲੋਕ ਉੱਥੇ ਹੀ ਮਰ ਗਏ। ਕੁਝ ਲੋਕ ਮਰ ਗਏ, ਕੁਝ ਦਫਨ ਹੋ ਗਏ, ਪਰ ਕੋਈ ਉਸ ਸਵਰਗ ਰਾਜ ਦੇ ਵਿੱਚ ਪਹੁੰਚ ਨਹੀਂ ਸਕਿਆ। ਸੋ ਮੇਰੇ ਅਜੀਜ਼ੋ, ਜੇਕਰ ਅੱਜ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਕੋਈ ਬੇਈਮਾਨੀ ਕੀਤੀ ਹੈ ਪਰਮੇਸ਼ਵਰ ਦੇ ਨਾਲ, ਤੇ ਅੱਜ ਉਸ ਨੂੰ ਛੱਡ ਦਈਏ, ਔਰ ਪਰਮੇਸ਼ਵਰ ਸਾਨੂੰ ਵਿਪਤਾ ਦੇ ਵਿੱਚ ਪਾਉਣ ਤੋਂ ਕੀ ਕਰੇਗਾ? ਛਡਾ ਲਵੇਗਾ। ਹੁਣ ਤੁਸੀਂ ਆਪਣੇ ਪਿਓ ਦਾਦਿਆਂ ਵਾਂਗੂ ਹਠੀਏ ਨਾ ਬਣੋ, ਸਗੋਂ ਯਹੋਵਾ ਦੇ ਅਧੀਨ ਹੋ ਜਾਓ ਅਤੇ ਉਸ ਦੇ ਪਵਿੱਤਰ ਅਸਥਾਨ ਵਿੱਚ ਆਓ, ਜਿਸ ਨੂੰ ਉਸ ਨੇ ਸਦਾ ਲਈ ਪਵਿੱਤਰ ਕੀਤਾ ਹੈ, ਅਤੇ ਯਹੋਵਾ ਆਪਣੇ ਪਰਮੇਸ਼ਵਰ ਦੀ ਭਗਤੀ ਕਰੋ ਅਤੇ ਉਸ ਦੀ ਭਾਰੀ ਕਹਿ ਤੁਸਾਂ ਉੱਤੋਂ ਟਲ ਜਾਵੇਗਾ। ਅਮੀਨ। ਅੱਜ आमीन। ਪਰਮੇਸ਼ਵਰ ਦਾ ਵਚਨ ਇਹ ਗੱਲ ਆਖਦਾ ਹੈ ਕਿ ਹੁਣ ਤੁਸੀਂ ਹਠੀਏ ਨਾ ਬਣੋ, ਤੁਸੀਂ ਢੀਠ ਨਾ ਬਣੋ, ਸਗੋਂ ਪਰਮੇਸ਼ਵਰ ਦੇ ਅਧੀਨ ਬਣ ਜਾਓ ਅਤੇ ਉਹਦੇ ਪਵਿੱਤਰ ਅਸਥਾਨ ਦੇ ਵਿੱਚ ਆਓ, ਕਿਉਂ ਜੋ ਉਸ ਨੇ ਇਸ ਭਵਨ ਨੂੰ ਸਦਾ ਦੇ ਲਈ ਪਵਿੱਤਰ ਕੀਤਾ ਹੋਇਆ ਹੈ। ਅਤੇ ਯਹੋਵਾ ਆਪਣੇ ਪਰਮੇਸ਼ਵਰ ਦੀ ਭਗਤੀ ਕਰੋ, ਤੇ ਉਹ ਤੁਹਾਨੂੰ ਆਉਣ ਵਾਲੇ ਕਹਿਰ ਤੋਂ ਕੀ ਕਰੇਗਾ? ਵਿਪਤਾ ਤੋਂ ਕੀ ਕਰੇਗਾ? ਛੁਡਾ ਲਵੇਗਾ। ਸੋ ਮੇਰੇ ਅਜੀਜ਼ੋ, ਅੱਜ ਤੋਂ ਪਰਮੇਸ਼ਵਰ ਦੀ ਭਗਤੀ ਕਰਨੀ ਸ਼ੁਰੂ ਕਰ ਦੇਵੋ, ਕਿਉਂਕਿ ਜੇਕਰ ਪਰਮੇਸ਼ਵਰ ਦੀ ਭਗਤੀ ਕਰੋਗੇ ਤੇ ਉਹ ਹੀ ਤੁਹਾਨੂੰ ਸਵਰਗ ਰਾਜ ਦੇ ਵਿੱਚ ਲੈ ਕੇ ਜਾਏਗਾ। ਨਹੀਂ ਤੇ ਫਿਰ ਇੱਕ ਦਿਨ ਉਸ ਝੀਲ ਦੇ ਵਿੱਚ ਸਾਡਾ ਹੱਕ ਹੋਵੇਗਾ, ਜਿੱਥੇ ਅੱਖੀਆਂ ਦਾ ਰੋਣਾ, ਦੰਦਾਂ ਦਾ ਪੀਸਣਾ ਤੇ ਕਚੀਚੀਆਂ ਦਾ ਵੱਟਣਾ ਹੋਵੇਗਾ। ਉਹ ਇਨਸਾਨ ਦੀ ਦੂਸਰੀ ਮੌਤ ਹੈ। ਸੋ ਅਜੀਜ਼ੋ, ਪਿਤਾ ਪਰਮੇਸ਼ਵਰ ਦੇ ਅਧੀਨ ਹੋਵੋ ਔਰ ਉਹਦੀਆਂ ਬਰਕਤਾਂ ਦੇ ਕਾਰਨ ਬਣੋ। ਮਸੀਹ ਯਿਸੂ ਦੇ ਨਾਮ ਚੁੱਕ ਕੇ ਮੰਗਦੇ ਹਾਂ। ਆਮੀਨ। खुदा दे आमीन। वचन पढ़े और सुने जाने दे उत्ते बरकत होवे। आमीन। आमीन। आप कलाम के लिए दुआ भी करें। जी सिस्टर जी। खुदावंद खुदा यहोवा परमेश्वर, खुदा दयालु और कृपालु परमेश्वर प्रभु जी, ਅੱਜ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਪ੍ਰਭੂ ਜੀ, ਜੋ ਅੱਜ ਦਾ ਸਰਮਨ